ਜਿਹੜੀ ਲਾਇਬ੍ਰੇਰੀ ਦੀ ਗੱਲ ਚਮਨ ਹੋਰਾਂ ਨੇ ਕੀਤੀ ਹੈ ਰਾਮਪੁਰੇ ਦੀ, ਅਸੀਂ ਵੀ ਉਹਦੀ ਪੈਦਾਵਾਰ ਹੀ ਸਮਝ ਲਓ ਸੀ। ਉਹ ਦੌਰ ਉਹ ਸੀਗਾ 70 ਦਾ 60 ਤੇ 70 ਦਾ, ਜਦੋਂ ਇਹ ਮੰਨਿਆ ਜਾਂਦਾ ਸੀ ਵੀ ਜਿਹੜਾ ਨੌਜਵਾਨ ਲੈਫਟਿਸਟ ਨਹੀਂ ਬਣਿਆ, ਅਭੀ ਵਿਚਾਰਧਾਰਾ ਤੋਂ ਪ੍ਰਭਾਵਿਤ ਨਹੀਂ ਹੋਇਆ ਤਾਂ ਨੌਜਵਾਨ ਨਹੀਂ ਹੈ। ਅਸੀਂ ਉਸ ਦੌਰ ਦੀ ਪ੍ਰੋਡਕਸ਼ਨ ਹੈਗੇ ਆ। ਉਸ ਦੌਰ 'ਚ ਸਭ ਤੋਂ ਜ਼ਰੂਰੀ ਗੱਲ ਇਹ ਸਮਝੀ ਜਾਂਦੀ ਸੀ ਪੜ੍ਹਨਾ ਲਿਖਣਾ। ਪੜ੍ਹਨਾ ਲਿਖਣਾ ਸਭ ਤੋਂ ਪਹਿਲਾ ਕੰਮ, ਕਿਉਂਕਿ ਜੋ ਮਤਲਬ ਆਹ ਮਾਡਰਨ ਯੁੱਗ ਤਾਂ ਹੈ ਨਹੀਂ ਸੀ, ਗੈਜਟਸ ਵੀ ਹੈ ਨਹੀਂ ਸੀਗੇ, ਅਤੇ ਸਭ ਤੋਂ ਪਹਿਲੀ ਟ੍ਰੇਨਿੰਗ ਇਹ ਹੁੰਦੀ ਸੀ ਲੈਫਟਿਸਟ ਵਿਚਾਰਧਾਰਾ ਵਾਲਿਆਂ ਦੀ ਵੀ ਪੜ੍ਹਨਾ। ਮਤਲਬ ਇਹ ਨਹੀਂ ਕਿ ਇਕੱਲਾ ਮਾਰਕਸਿਜ਼ਮ ਪੜ੍ਹਨਾ, ਸਾਰਾ ਲਿਟਰੇਚਰ ਪੜ੍ਹਨਾ, ਦੁਨੀਆ ਬਾਰੇ ਪੜ੍ਹਨਾ, ਸਮਾਜ ਬਾਰੇ ਪੜ੍ਹਨਾ, ਅਤੇ ਉਹਦੇ 'ਤੇ ਬਹਿਸ ਕਰਨੀ ਹੈ, ਡਿਬੇਟ ਕਰਨੀ ਹੈ। ਸੋ ਉਦੋਂ ਪੜ੍ਹਨ ਲਿਖਣ ਦਾ ਜਿਹੜਾ ਸੀਗਾ ਰੁਝਾਨ ਕਹਿ ਲਓ, ਕਲਚਰ ਸੀ, ਸੱਭਿਆਚਾਰ ਸੀ ਪੜ੍ਹਨ ਲਿਖਣ ਦਾ। ਅਸੀਂ ਸਾਰੇ ਜਿਹੜੇ ਉਸ ਵੇਲੇ ਦੇ ਉਸ ਦੌਰ ਦੀ ਪੈਦਾਵਾਰ ਆ, ਜਦੋਂ ਪੜ੍ਹਨਾ ਜਿਹੜਾ ਆਪਣੇ ਆਪ 'ਚ ਇੱਕ ਪਾਇਸ ਕੰਮ ਮੰਨਿਆ ਜਾਂਦਾ ਸੀ ਕਿ ਇਹ ਬਹੁਤ ਵੱਡਾ। ਅਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਗਿਆਨ ਦੀ, ਨੌਲੇਜ ਦੇ ਗਿਆਨ ਤੋਂ ਬਿਨਾਂ ਤਾਂ ਅੱਗੇ ਜਾ ਹੀ ਨਹੀਂ ਸਕਦੇ ਨਾ ਆਪਾਂ। ਮੈਂ, ਸਾਡਾ ਪਰਿਵਾਰ, ਸਾਰੇ ਸਾਡੇ ਪਰਿਵਾਰ ਦੇ ਹੋਰ ਮੈਂਬਰ ਵੀ ਬੈਠੇ ਨੇ, ਅਸੀਂ ਸਾਰੇ ਉਸ ਦੌਰ ਦੀ ਪੈਦਾਵਾਰ ਹੈਗੇ। ਅਤੇ ਉਦੋਂ ਅਸੀਂ, ਮੈਨੂੰ ਯਾਦ ਹੈ ਕਿ ਉਹ ਜਿਹੜੇ ਛੋਟੇ ਛੋਟੇ ਕਿਤਾਬਚੇ ਜਿਹੜੇ ਉਹ ਨਹਿਰੂ ਯੁਵ ਕੇਂਦਰ ਹੈ ਨਾ, ਆਪਣੇ ਕਿਹੜਾ ਸੀ ਉਹ ਜੋ ਨਹਿਰੂ ਯੁਵ ਕੇਂਦਰ ਨੇ ਪਬਲਿਸ਼ ਕੀਤੇ ਸੀ ਨਾ, ਮੈਂ ਯੁਵ ਕੇਂਦਰ ਸੀ ਕਿ ਉਹ, ਅਤੇ ਇੱਕ ਹੋਰ ਸੀ, ਦੋ ਤਿੰਨ ਪਬਲੀਕੇਸ਼ਨਾਂ ਸੀ ਜਿਨ੍ਹਾਂ ਨੇ ਨੌਜਵਾਨ ਭਾਰਤ ਸਭਾ ਨੇ ਪਬਲਿਸ਼ ਕੀਤੀਆਂ ਸੀਗੀਆਂ। ਉਹ ਸਾਰੀਆਂ ਫਿਰ ਪੜ੍ਹਦੇ ਰਹਿੰਦੇ ਸੀ, ਪੜ੍ਹਾਉਂਦੇ ਵੀ ਸੀ, ਅਸੀਂ ਤਾਂ ਡਿਸਟਰੀਬਿਊਟ ਵੀ ਕਰਦੇ ਸੀ ਜਨਤਕ ਸਕੂਲ ਲਈ। ਦੇ ਤੌਰ 'ਤੇ ਅਸੀਂ, ਸਾਡੀ ਜ਼ਿੰਮੇਵਾਰੀ ਪੜ੍ਹਨ ਦੀ ਨਹੀਂ ਸੀ, ਪੜ੍ਹਾਉਣ ਦੀ ਵੀ ਸੀਗੀ, ਉਹ ਪੜ੍ਹਾਉਂਦੇ ਸੀਗੇ ਸਕੂਲ। ਅਤੇ ਉਹਦਾ ਇੰਪੈਕਟ ਜਿਹੜਾ, ਉਹਦਾ ਅਸਰ, ਉਹ ਉਸ ਵੇਲੇ ਦਾ ਜਿਹੜਾ ਜੋ ਪੜ੍ਹਿਆ ਲਿਖਿਆ, ਜੋ ਪ੍ਰੈਕਟਿਸ ਕੀਤਾ, ਉਹਦਾ ਅਸਰ ਤਾਂ ਸਾਰੀ ਉਮਰ ਰਹਿੰਦਾ ਹੀ ਰਹਿੰਦਾ ਕਿਸੇ ਨਾ ਕਿਸੇ ਰੂਪ 'ਚ। ਛੋਟੀ ਗੱਲ ਮੈਂ ਦੱਸਦਾ ਕਿ ਮੈਂ ਆਪਣਾ, ਮੇਰਾ ਮੀਡੀਆ ਹੁਣ, ਅਤੇ ਚਮਨ ਨੇ ਕਿਹਾ ਵੀ ਆਇਓ ਵੀ ਆਪਾਂ ਫੰਕਸ਼ਨ ਕਰ ਰਹੇ, ਠੀਕ ਹੈ, ਪਰ ਮੈਂ ਪੁਆਇੰਟ ਬਣਾਇਆ ਕਿ ਆਉਣਾ ਤਾਂ ਹੈਗਾ ਹੀ ਹੈਗਾ, ਜਿਹੜਾ ਮੇਰਾ ਪ੍ਰੋਫੈਸ਼ਨ ਹੈ, ਮੈਂ ਆਪਣੀ ਜਿਹੜੀ ਟੀਮ ਨੂੰ, ਰਿਪੋਰਟਰਾਂ ਨੂੰ ਕਿਹਾ ਵੀ ਇਹ ਕਵਰ ਜ਼ਰੂਰ ਕਰਨਾ। ਮਤਲਬ ਉਹਦਾ ਇੱਕ ਇਹ ਕਹਿ ਲਓ ਕਿ ਉਹਦਾ ਅਸਰ ਹੈਗਾ ਵੀ ਨਹੀਂ, ਉਹਦਾ ਵੀ ਠੀਕ ਹੈ, ਛੋਟਾ ਜਿਹਾ ਫੰਕਸ਼ਨ ਹੈ, ਕੀ ਹੈ, ਹੋਰ ਰੁਝੇਵੇਂ ਬਹੁਤ ਹੁੰਦੇ ਨੇ ਸਾਡੀ ਕਵਰੇਜ ਦੇ। ਅਤੇ ਮੈਂ ਸਾਡੇ ਬੰਦੇ ਨੂੰ ਕਿਹਾ, ਮੈਂ ਕਿਹਾ ਵੀ ਇਹ ਲਾਜ਼ਮੀ ਕਵਰ ਕਰਨਾ, ਇਹ ਨਹੀਂ ਮਿਸ ਕਰਨਾ। ਸੋ ਉਹ ਉਸ ਗੱਲ ਦਾ ਹੀ ਅਸਰ ਹੈਗਾ ਕਿ ਜੇ ਕੋਈ ਇਸ ਤਰ੍ਹਾਂ ਉਸ ਦਿਸ਼ਾ 'ਤੇ ਕੰਮ ਹੋ ਰਿਹਾ ਤਾਂ ਉਹਨੂੰ ਜਦੋਂ ਜਿੱਥੇ ਹੈਗੇ ਉੱਥੇ ਕਰਨਾ ਹੈ, ਕਰਨਾ। ਅਤੇ ਜਿਹੜੇ ਇਹਨੇ ਦੌਰ ਦੀ ਗੱਲ ਕੀਤੀ ਹੈ, ਐਮਰਜੈਂਸੀ ਵੀ ਦੇਖੀ ਹੈ, ਐਮਰਜੈਂਸੀ 'ਚ ਉਦੋਂ ਅਸੀਂ ਸਟੂਡੈਂਟ ਲੀਡਰ ਸੀਗੇ, ਸਾਡੇ 'ਤੇ ਐਮਰਜੈਂਸੀ 'ਚ PIR ਲੱਗਿਆ ਸੀ ਮੇਰੇ 'ਤੇ, ਸਾਡੇ ਪਰਿਵਾਰ ਦੇ ਹੋਰ 3 ਮੈਂਬਰਾਂ ਦੇ ਵੀ ਲੱਗਿਆ ਸੀਗਾ, 4 'ਤੇ ਇੱਕ ਆ ਬੈਠੇ ਨੇ ਜਿਹੜੇ ਜੇਲ੍ਹ 'ਚ ਰਹੇ ਨੇ, ਗੁਰਨਾਮ ਸਿੰਘ ਲੰਬਾ ਸਮਾਂ ਉਸ ਵੇਲੇ, ਇਹਨਾਂ ਦੇ ਵੀ ਲੱਗਿਆ ਸੀ। ਅਤੇ ਉਹ ਛੋਟਾ ਬ੍ਰਦਰ ਬੈਠਾ ਮੇਰਾ, ਉਹਦੇ ਵੀ ਲੱਗਿਆ ਸੀਗਾ। ਹੋਰ ਚਮਨ ਵੀ ਉਸ ਵੇਲੇ ਅੰਦਰ ਹੀ ਸੀਗਾ, ਪਹਿਲੇ ਦਿਨ ਹੀ ਫਸ ਗਿਆ ਸੀ। ਇਹ ਤਾਂ ਪਹਿਲੇ ਦਿਨ ਛਾਪੇ 'ਚ ਬਹਿ ਗਿਆ, ਅਸੀਂ ਬਚ ਗਏ ਸੀਗੇ, ਸਾਨੂੰ ਪਤਾ ਹੀ ਨਹੀਂ ਸੀਗਾ। ਇਹ ਨਹੀਂ, ਇਹ ਸੁੱਤੇ ਪਏ ਫੜੇ ਗਏ ਸੀ, ਇਹ ਸੁੱਤੇ ਪਏ ਫੜੇ ਗਏ ਸੀਗੇ, ਪਤਾ ਨਹੀਂ ਸੀ, ਐਮਰਜੈਂਸੀ ਤਾਂ ਪਤਾ ਨਹੀਂ ਸੀ। ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਸੁਣਾਉਣਾ ਹੈ, ਤਾਂ ਥੋੜ੍ਹਾ ਲੰਬਾ ਹੋ ਜਾਏਗਾ ਵੀ ਮੈਂ ਉਸ ਰਾਤ ਗੋਨਿਆਂ ਵਾਲੀ ਮੰਡੀ ਸੀਗਾ, ਗੋਨਿਆਂ ਵਾਲੀ ਮੰਡੀ ਆਪਣੇ ਇੱਕ ਮੇਰਾ ਸਟੂਡੈਂਟ ਜਿਹੜਾ PSU ਦਾ ਕੋਈ ਲੋਕਲ ਸੀਗਾ, ਥੋੜ੍ਹਾ ਸਮਰਥਕ, ਉਹਦੇ ਘਰ ਸੀ। ਵੈਸੇ ਅਸੀਂ ਮਿਲਣ ਜੁਲਣ ਜਾਂਦੇ ਰਹਿੰਦੇ ਸੀ ਇੱਕ ਦੂਜੇ ਨੂੰ। ਅਤੇ ਜਦੋਂ ਮੈਂ ਸਵੇਰੇ ਆਇਆ ਅਤੇ ਬੱਸ ਸਟੈਂਡ 'ਤੇ ਮੈਂ ਬਠਿੰਡੇ ਉਤਰਿਆ ਗੋਨਿਆਂ ਤੋਂ, ਅਤੇ ਇੱਕ ਮੈਨੂੰ ਮੁੰਡਾ ਮਿਲਿਆ ਕੋਈ ਆਪਣਾ ਸਾਡੇ ਸਰਕਲ ਦਾ, ਅਤੇ ਉਹ ਮੈਨੂੰ ਫਟਾਫਟ ਖਿੱਚ ਕੇ ਨਾ, ਅਤੇ ਉਹ ਜਿਹੜੀ ਉਹ ਬਨਵਾਰੀ ਦੀ ਦੁਕਾਨ ਹੁੰਦੀ ਸੀ ਨਾ ਹਲਵਾਈ ਦੀ, ਉੱਥੇ ਅੰਦਰ ਲੈ ਗਿਆ। ਉਹ ਕਹਿੰਦੇ ਤੂੰ ਇੱਥੇ ਕਿਉਂ ਤੁਰਿਆ ਫਿਰਦਾ, ਤੈਨੂੰ ਪੁਲਿਸ ਲੱਭਦੀ ਫਿਰਦੀ ਹੈ। ਮੈਂ ਕਿਹਾ ਪੁਲਿਸ ਲੱਭਦੀ ਫਿਰਦੀ ਹੈ, ਮੈਨੂੰ ਪੁਲਿਸ ਨੂੰ ਕੀ ਗੱਲ ਹੋ ਗਈ, ਹੁਣ ਤਾਂ ਕੋਈ ਨਾ ਐਜੀਟੇਸ਼ਨ ਕੁਛ ਨਹੀਂ ਹੈ। ਨਹੀਂ ਕਹਿੰਦਾ ਘਰ ਛਾਪੇ ਪਏ, ਕਹਿੰਦਾ ਸਾਰੇ, ਤੈਨੂੰ ਪਤਾ ਨਹੀਂ ਹੈ।
मैं कहा मैं तो पता नहीं ना तो फोन दे जो तो दूजे कोड भी नहीं सुनते की पता लगना सीगा कहना रात सारे छापे पे है फलाने फलाने फल रहे हैं तो मैं क्या पता नहीं कहते मैं की हो गया कहते एमरजेंसी लग गई एमरजेंसी का ना नहीं सुनना मैं क्यों की होंगी है कहना तुम पता मैंने भी नहीं है पर कहते एमरजेंसी लग गई वो रेडियो सुनिया थी ना कि एमरजेंसी लग गई है कहते एमरजेंसी लग गई है तो सारे फलाना फल लिया फलाने फलाने घर छापा पे फलाने की तो मैनू अंदर जाड़ के कहते अपना बच के रहा पुलिस लाभी फिर दे दें मैं अच्छा चलो फिर पता पता किया जोड़े उस दोस्त से बठिंडे साढ़ा कॉलेज के स्टूडेंट जो स्टूडी से बठिंडे हालांकि उदों छुट्टियां सीगियां पेपर हो चुके थे जून च लगी सी ना उदों पेपर होने वाले सी हो चुके थे उदों की गल है तो फिर पता पता किया फिर अगले दिन जब रेडियो वीडियो सुनिया फिर पता लग गया भी एमरजेंसी मोटा जहा पता लगे भी एमरजेंसी आ होंगी है फड़ के तो सारे अंदर बंद करते हैं सो वो दौर का जी जिक्र किया एवं घटना सुना दी मैं तो मैं मतलब इन्हों के मुताबिक जो गल की इन्होंने कि जो उस वे असी इन्होंने लिखता पढ़िया जो समझा वह असर सारी उम्र रहिंदा रहिंदा है तो कोशिश उन्होंने भी करी दी है जो कि इन्हों जो असली भगत सिंह है वो सामने आए तो वो सब तो वध इस खिते जो मैंने लगता चमन ने और भी है मालवे जो अपने वड़ैच इंद्रजीत वड़ैच उन्होंने बहुत अच्छा काम किया बड़ा हिस्टोरिक काम किया पर उन्होंने तो गद्दियां से बहुत किया शहीदों से बहुत किया पर इन्होंने भगत सिंह से बहुत काम किया और वो अपने आप जो डॉक्यूमेंटेशन जी की है वो युगों तक रहेगी तो प्रेरणा भी दिंदी रहेगी तो असली भगत सिंह जो इन्होंने अक्स जो सामने लियाने की कोशिश की वो इस गल की बधाई के हकदार भी ने बहुत अच्छा काम किया बांसल साहब को मेरे ख्याल कहना भी असी दोस्त थे तो मैनू लगता मैं बांसल साहब मैं मिलाया जी तुम लगता मिलाया मैं किताब देन गए थे किताब कोई सी मुड़ के फिर हाँ जी मुड़ के दोस्ती पै गई मैं घट मिलता बंद साहब नहीं ज़्यादा मिलते चलो बहुत अच्छा तो मैं जो इन्होंने वैसे मैं सोच रहा सी मैनू अपने आप से थोड़ी जी ऐ भी लग्या भी असीं नलायक हाँ मैं उत्थे अपनी सोसाइटी का प्रेजिडेंट हाँ जी हाउसिंग सोसाइटी असीं उत्थे कदे सोचा ही नहीं भी उत्थे लाइब्रेरी बना लीए हालांकि जगह जगह है नहीं साडे कोल पर कदे सोचे नहीं अज मैंने ख्याल है चमन की गल तो ख्याल आया भी कोई जा सोच लेना चाहिए बहुत मेहरबानी गल तो उही जिवें मैं कहा जे तुसीं चाहते हो कि घट बोलना तो लिख के दे दो मैनूं उन्होंने अद्धे घंटे की अगली बार स्पीच लिख के दे दी जो बोले फिर 1 घंटा ले लो पॉलिटिशियंस के अफसरां की आदत है बहुत बड़ी काम करने का तरीका है कि हर एक चीज़ की कमेटी बना दो कमेटी बना देती है तो कमेटी का फाइंडिंग ये हुई कि पीएस ने गलती के नाल कार्बन कॉपी रख दी उस जमाने के नाल तो दोनों पड़ गए नहीं उन्होंने पता लग गया ऑडियंस सोच चुकी सी इस कारण माइक ना दो तो ज़्यादा चंगा है बोल के काम करूँगा मैं बहुत धन्यवादी हाँ प्रोफेसर चमन लाल जी का कि अज एक बहुत वधिया उपराला इन्होंने किया है इत्थे सानू सारिਆਂ ਨੂੰ भगत सिंह के जीवन के बारे जानू कराने के लिए इत्थे भगत सिंह कॉर्नर उन्होंने शुरू किया है मैनू शहीद भगत सिंह का नाम कौन नहीं जानता सी स्कूल वेले दे विच पढ़े हुए सा पर एक सही मायने दे विच जानू मैनू इन्होंने ही करवाया सी मेरे उस वक्त ये कह कि मैं तपे का सा ये रामपुरे दे सी JNU दे विच पढ़ाते सन मुलाकात हुई उस तो बाद मुलाकात नज़दीकी दे विच बदलती गई बहुत लंबा समय निकल गया अते आपस में वो नेड़ता हुई एक दूजे को समझने दे भी ज़्यादा मौका मिला मैं वेख्या कि इन्होंने पूरा अपना समय भगत सिंह के बारे लोगों को सही मायने दे विच जिवें उन्होंने कहा सी कि वो की सन शहादत सी देश के वास्ते आज़ादी की लड़ाई के भड़ाके सन पर किड्डे थिंकर सन ते की सोच सी छोटी उम्र दे विच कि जो हिंदुस्तान आज़ाद होएगा तो किस ढंग का होएगा कि हिंदुस्तान के होना चाहिए कि सारिया समस्यावां ने उन्होंने किवें दूर करने ते किस
ਕੀ ਸਾਡਾ ਸੋਸ਼ਲ ਸਟਰਕਚਰ ਉਸ ਵਕਤ ਹੋਣਾ ਚਾਹੀਦਾ ਹੈ। ਉਸ ਇਹਨਾਂ ਨੇ ਉਸ ਗੱਲਾਂ ਤੋਂ ਦੱਸਿਆ। ਜੋ ਜਿਹੜੀ ਕਿਤਾਬ ਇਹਨਾਂ ਨੇ ਲਿਖੀ ਉਹ ਕਿਤਾਬ ਵੀ ਮੇਰੇ ਪਾਸ ਹੈ, ਬੇਸ਼ੱਕ ਸਾਰੀ ਪੂਰੀ ਨਹੀਂ ਪੜ੍ਹੀ ਪਰ ਕੁਝ ਜ਼ਰੂਰ ਉਹਨਾਂ ਦੇ ਵਿੱਚੋਂ ਵੇਖਿਆ ਹੋਇਆ ਹੈ। ਅਤੇ ਮੈਨੂੰ ਇਹ ਵਿਸ਼ਵਾਸ ਹੈ ਕਿ ਜਿਹੜੀ ਚੀਜ਼ ਤੇ ਇਹਨਾਂ ਨੇ ਬਲ ਦਿੱਤਾ ਹੈ ਕਿ ਸਾਨੂੰ ਲਾਇਬ੍ਰੇਰੀਜ਼ ਬਣਾਉਣੀਆਂ ਚਾਹੀਦੀਆਂ ਨੇ, ਉਹ ਲਾਇਬ੍ਰੇਰੀ ਦੇ ਵਿੱਚ ਵੀ ਅਗਰ ਅਸੀਂ ਹਰ ਇੱਕ ਜਗ੍ਹਾ ਸ਼ਹੀਦ ਭਗਤ ਸਿੰਘ ਦੇ ਬਾਰੇ ਕੁਝ ਕਿਤਾਬਾਂ ਰੱਖੀਏ ਜਿਹੜੀਆਂ ਹਨ, ਉਹਦੇ ਨਾਲ ਲੋਕਾਂ ਨੂੰ ਬਹੁਤ ਇੱਕ ਅੱਛੀ ਜਾਣਕਾਰੀ ਉਹਨਾਂ ਦੇ ਬਾਰੇ ਮਿਲੇਗੀ ਅਤੇ ਪਤਾ ਲੱਗੇਗਾ ਕਿ ਸਾਡੇ ਉਸ ਵਕਤ ਦੇ ਜਿਹੜੇ ਆਜ਼ਾਦੀ ਦੇ ਵਿੱਚ ਖੁਦ ਗਏ ਸਨ, ਆਪਣੀ ਜਾਨ ਵੀ ਨਿਸ਼ਾਵਰ ਕਰ ਦਿੱਤੀ, ਕੀ ਸੋਚ ਸੀ ਉਹਨਾਂ ਦੀ। ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਰਹੀ ਸੀ 1-2 ਸੈਕਟਰਸ ਦੇ ਵਿੱਚ, ਕਮਿਊਨਿਟੀ ਸੈਕਟਰ ਦੇ ਵਾਸਤੇ ਖਾਸ ਤੌਰ ਤੇ ਵਿੱਚ ਮੈਂ ਕਿਹਾ ਕਿ ਪਰ ਉਹਦੇ ਵਿੱਚ ਬਹੁਤ ਕਾਮਯਾਬ ਨਹੀਂ ਹੋਈ। ਇੱਕ ਸੈਕਟਰ ਦੇ ਵਿੱਚ ਤਾਂ ਕਿਉਂਕਿ ਰੈਜ਼ੀਡੈਂਟਸ ਨੇ ਖੁਦ ਬਹੁਤ ਵੱਡਾ ਇੰਟਰਸਟ ਲਿੱਤਾ, ਉੱਥੇ ਲਾਇਬ੍ਰੇਰੀ ਬਣਾ ਲਿੱਤੀ ਸੀ। ਹੋਰ ਜਗ੍ਹਾ ਉਸ ਵਕਤ ਜਿਹੜੇ ਕਿ ਐਮਪੀ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਦੇ ਵਿੱਚੋਂ ਪੈਸੇ ਹੁੰਦੇ ਨੇ, ਉਹਦਾ ਇਸਤੇਮਾਲ ਨਹੀਂ ਹੋ ਪਾਇਆ। ਪਰ ਇਹ ਬਹੁਤ ਅੱਛੀ ਗੱਲ ਹੈ ਕਿ ਅੱਜ ਸਾਨੂੰ ਜਿਹੜੇ ਨੌਜਵਾਨ ਬੱਚੇ ਨੇ, ਇਹ ਜਿਹੜਾ ਮੋਬਾਈਲ ਫੋਨ ਆ ਗਿਆ ਇੱਕ ਅਜਿਹੀ ਇੱਲਤ ਹੋ ਗਈ ਹੈ ਕਿ ਇਹਨੇ ਸਾਡੇ ਜੀਵਨ ਦੇ ਉੱਪਰ ਇੱਕ ਬਹੁਤ ਵੱਡਾ ਹਮਲਾ ਕਰ ਦਿੱਤਾ। ਅੱਛੀਆਂ ਚੀਜ਼ਾਂ ਵੀ ਨੇ ਇਹਦੇ ਵਿੱਚ, ਬਹੁਤ ਪੜ੍ਹਨ ਵਾਸਤੇ ਵੀ ਕਿਤਾਬਾਂ ਦਾ ਸਬਸਟੀਟਿਊਟ ਵੀ ਹੁੰਦਾ ਹੈ, ਪਰ ਜਿਹੜੀ ਇਨ ਰਾਈਟਿੰਗ ਬਲੈਕ ਐਂਡ ਵਾਈਟ ਦੇ ਵਿੱਚ ਜਿਹੜੀਆਂ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਤੁਹਾਨੂੰ ਇੱਕ ਆਪਣਾ ਵਿਜ਼ਨ ਵੱਧਦਾ, ਤੁਹਾਡਾ ਇੱਕ ਸੋਚ ਵੱਧਦੀ ਹੈ, ਉਹਦਾ ਕੋਈ ਮੁਕਾਬਲਾ ਨਹੀਂ ਕੀਤਾ। ਮੇਰੀ ਉਸ ਵਕਤ ਕੋਸ਼ਿਸ਼ ਰਹੀ ਸੀ, ਉਹਦਾ ਪਾਰਲੀਮੈਂਟ ਵਿੱਚ ਵੀ ਮੈਂ ਸਵਾਲ ਕੀਤਾ ਸੀ। ਰੰਗਾ ਰਾਜਨ ਜੀ ਜਿਹੜੇ ਕਿ ਉਹਨਾਂ ਦੇ ਨਾਂ ਤੇ, ਪਰ ਉਹ ਇਤਫਾਕ ਦੇ ਨਾਲ 9 ਅਗਸਤ ਤਾਰੀਖ ਨਿਕਲੀ ਤੇ ਉਸ ਕਾਰਨ ਉਹ ਅਸੀਂ ਨੈਸ਼ਨਲ ਲਾਇਬ੍ਰੇਰੀ ਡੇ ਨਹੀਂ ਰੱਖ ਸਕੇ ਉਸਨੂੰ। ਉਸ ਤੋਂ ਬਾਅਦ ਫਿਰ ਉਹ ਕੰਮ ਰਹਿ ਗਿਆ ਕਿ ਉਹ ਸਾਨੂੰ ਵੱਧ ਤੋਂ ਵੱਧ ਜਗ੍ਹਾ ਤੇ ਉਸਦਾ ਅਸਰ ਕਰਨਾ ਚਾਹੀਦਾ ਹੈ। ਧਰਮ ਦੀ ਗੱਲ ਮੈਂ ਜਦੋਂ ਹੁਣੇ ਇਹਨਾਂ ਦੀ ਬੁਕਲੇਟ ਵੀ ਦੇਖੀ, ਉਦੋਂ ਵੀ ਮੈਂ ਇਸ ਦੇ ਸક્ષਮਤਾ ਨਹੀਂ ਹੈ, ਇਸ ਤੇ ਕੋਈ ਕੰਪੀਟੈਂਟ ਨਹੀਂ ਹੈ ਇਸ ਤੇ ਜ਼ਿਕਰ ਕਰਨਾ। ਪਰ ਮੈਨੂੰ ਯਾਦ ਹੈ ਮੈਂ ਕਿਸੇ ਵਕਤ ਪੜ੍ਹਿਆ ਸੀ ਕਿ ਜਿਹੜੀ ਧਰਮ ਦੇ ਨਾਂ ਤੇ ਲੜਾਈ ਸਾਡੇ ਵਿੱਚ ਸ਼ੁਰੂ ਹੋਈ, ਇਹ ਸਹੀ ਮਾਇਨੇ ਦੇ ਵਿੱਚ ਅੰਗਰੇਜ਼ਾਂ ਨੇ ਸਾਡੇ ਵਿੱਚ ਪਾਈ ਸੀ। ਜੇਮਸ ਮਿਲ ਸਨ, ਬਹੁਤ ਪੁਰਾਣੇ 1817 ਦੇ ਵਿੱਚ ਉਹਨਾਂ ਨੇ ਦੀ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਲਿਖੀ ਸੀ। ਉਹਦੇ ਵਿੱਚ ਉਹਨਾਂ ਨੇ ਵੰਡ ਦਿੱਤਾ ਸਾਨੂੰ 2 ਕੌਮਾਂ ਦੇ ਵਿੱਚ, ਨੈਸ਼ਨਲਿਜ਼ਮ ਦੇ ਵਿੱਚ, ਮੁਸਲਿਮ ਨੈਸ਼ਨਲਿਜ਼ਮ ਅਤੇ ਹਿੰਦੂ ਨੈਸ਼ਨਲਿਜ਼ਮ, ਜਿਹਨੂੰ ਉਹ ਡਿਵਾਈਡ ਐਂਡ ਰੂਲ ਕਹਿੰਦੇ ਆ, ਕੋਈ ਕੁਝ ਕਹਿੰਦੇ ਹਾਂ। ਅਤੇ ਉਹਦਾ ਇੱਕ ਹਿੱਸਾ ਉਹ ਨੈਸ਼ਨਲਿਜ਼ਮ ਦਾ ਪੂਰਾ ਹੋ ਗਿਆ, ਪਾਕਿਸਤਾਨ ਦੀ ਸ਼ਕਲ ਦੇ ਵਿੱਚ ਬਣ ਚੁੱਕਿਆ, ਜਿਹੜੇ ਉਸ ਦੇ ਵਿੱਚ ਵਿਸ਼ਵਾਸ ਕਰਦੇ ਸਨ। ਦੂਜਾ ਜਿਹੜੇ ਕਿ ਹਿੰਦੂ ਨੈਸ਼ਨਲਿਜ਼ਮ ਦੇ ਵਿੱਚ ਵਿਸ਼ਵਾਸ ਕਰਦੇ ਸਨ, ਉਹ ਆਪਣੇ ਰਾਸਤੇ ਤੇ ਲੱਗੇ ਹੋਏ ਨੇ। ਹਿੰਦੂ ਰਾਸ਼ਟਰ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਹਿੰਦੂਤਵ ਦੀ ਗੱਲ ਹੋਣੀ ਸ਼ੁਰੂ ਹੋ ਗਈ ਹੈ। ਹਿੰਦੂਤਵ ਧਰਮ ਨਹੀਂ, ਇੱਕ ਪੋਲੀਟੀਕਲ ਕੰਸਟਰਕਟ ਹੈ, ਧਰਮ ਹਿੰਦੂਇਜ਼ਮ ਹੈ। ਅਤੇ ਤੀਜਾ ਜਿਹੜੇ ਕਿ ਸੱਚਮੁੱਚ ਅੱਛੇ ਹਿਸਟੋਰੀਅਨ ਜਿਹਦਾ ਜ਼ਿਕਰ ਕਰਦੇ ਹਨ, ਉਹ ਹੈ ਕਿ ਇੱਕ ਸਿੰਗੂਲਰ ਸੈਕੂਲਰ ਸੋਸ਼ਲ ਡੈਮੋਕ੍ਰੈਟਿਕ ਜਿਹੜੀ ਨੈਸ਼ਨਲਿਜ਼ਮ ਹੈ, ਉਹ ਹੈ ਕਿ ਜਿਹਨੂੰ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਲੋਕ, ਜਿਹਦੇ ਵਿੱਚ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਜਿਹੜੇ ਸਾਡੇ ਸਾਰੇ ਲੋਕ ਲੱਗੇ, ਉਹਨਾਂ ਦਾ ਉਹ ਇੱਕ ਆਪਣੀ ਉਹ ਫਿਲਾਸਫੀ ਸੀ, ਆਪਣਾ ਫਲਸਫਾ, ਆਪਣਾ ਦਰਸ਼ਨ ਉਹਨਾਂ ਦਾ ਉਹ ਸੀ। ਉਹੀ ਅਸੀਂ ਨੈਸ਼ਨਲਿਜ਼ਮ ਦੇ ਵਿੱਚ ਵਿਸ਼ਵਾਸ ਕਰਕੇ ਦੇਸ਼ ਨੂੰ ਅਗਾਂਹ ਵਧਾ ਸਕਦੇ ਹਾਂ। ਨਹੀਂ ਤਾਂ ਦੇਸ਼ ਕਿੰਨਾ ਵੀ ਸਾਡੇ ਪੁਰਾਣੀਆਂ ਕੰਟਰੀਬਿਊਸ਼ਨ ਸ਼ਹੀਦ ਭਗਤ ਸਿੰਘ ਵਰਗਿਆਂ ਦੀਆਂ ਹੋਈਆਂ ਹੋਣ, ਪਰ ਜਿਹੜਾ ਇੱਕ ਦੌਰ ਇਸ ਵਕਤ ਚੱਲਿਆ ਹੋਇਆ ਹੈ ਜਿਸ ਪਾਸੇ ਲੱਗੇ ਹੋਏ ਹਾਂ। ਕਮਲ ਜੀ ਨੇ ਕਿਹਾ ਸੀ ਕਿ ਪਵਨ ਬਾਂਸਲ ਨੂੰ ਮੈਂ ਬਤੌਰ ਪੋਲੀਟੀਸ਼ੀਅਨ ਨਹੀਂ ਬੁਲਾਇਆ, ਪਰ ਪਵਨ ਬਾਂਸਲ ਹੈ। तो तुसी ना भी वो बुलाया हो तो पॉलिटिक्स तो बिना गल नहीं होर कुछ कर सकता। इसलिए मैं ये कह रहा था कि जेड़े शुरू होया होया है देश दे विच ये वास्ते इनू बदलण दी, इस सोच नू बदलण दी जरूरत है। एक लंबे सोच दे नाल, एक लंबे लॉन्ग रन दे विच देश दे वास्ते घातक है, देश दे वास्ते फायदा नहीं इस चीज़ का होगा, क्योंकि आम आदमी का इहदे नाल कोई संबंध नहीं। ये असीं लोग अपने अपने फायदे दे वास्ते ਅਸੀਂ ਕਿਵੇਂ ਹੋਰਾਂ ਨੂੰ ਲਗਾ ਸਕਦੇ ਹਾਂ ਪਿੱਛੇ, ਉਹਦੇ ਵਾਸਤੇ ਗੱਲਾਂ ਦੀ ਸੋਚ ਕਰਕੇ ਇਹ ਇੱਕ ਮੀਨਸ ਅਡਾਪਟ ਕੀਤੇ ਜਾਂਦੇ ਨੇ ਉਸ ਐਂਡ ਦੇ ਵਾਸਤੇ, ਐਂਡ ਐਂਡ ਇਜ਼ ਟੂ ਅਟੇਨ ਪਾਵਰ। ਉਸ ਤੋਂ ਜ਼ਿਆਦਾ ਲੋਕਾਂ ਨੂੰ ਬਚਣ ਦੀ ਲੋੜ ਹੈ। ਉਸ ਲਈ ਕਿ ਜਿਹੜਾ ਮੈਂ ਕਿਹਾ ਸੀ ਕਿ ਸਿੰਗੂਲਰ ਨੈਸ਼ਨਲਿਜ਼ਮ ਹਿੰਦੁਸਤਾਨ ਦਾ ਅਸੀਂ ਨਾਗਰਿਕ ਹਾਂ, ਉਹ ਹੋਣਾ ਬਣਦਾ ਹੈ, ਨਾ ਕਿ ਹਿੰਦੂ ਨੈਸ਼ਨਲਿਸਟ ਜਾਂ ਮੁਸਲਿਮ ਨੈਸ਼ਨਲਿਸਟ ਜਾਂ ਸਿੱਖ ਨੈਸ਼ਨਲਿਸਟ ਜਾਂ ਉਹ ਹੋਣਾ। मेरा फर्क है थोड़ा गल का, धर्म की गल करता हाँ जिस नाल,
आई एम अ नैशनलिस्ट, आई एम नॉट अ हिंदू नैशनलिस्ट। ਇਹਦੇ ਵਿੱਚ ਮੈਂ ਆਪਣਾ ਫਰਕ ਸਮਝਦਾ ਹਾਂ ਕਿ ਇਹ ਸਾਨੂੰ ਸਮਝਣ ਦੀ ਲੋੜ ਹੈ। ਧਰਮ ਕਿਸੇ ਦਾ ਕੋਈ ਵੀ ਹੈ, ਉਹਦੇ ਧਰਮ ਨੂੰ ਕਿਸ ਤਰ੍ਹਾਂ ਉਹ ਅਖਤਿਆਰ ਕਰਦਾ ਹੈ, ਅਪਣਾਉਂਦਾ ਹੈ, ਉਹਦੇ ਜੋ ਰੀਤੀਆਂ ਰਿਵਾਜ਼ਾਂ ਨੇ ਮੰਨਦਾ ਹੈ, ਕੋਈ ਨਹੀਂ ਮੰਨਦਾ, ਉਹਦਾ ਆਪਣਾ ਆਪਣਾ ਸੋਚ ਹੈ, ਆਪਣਾ ਨਿੱਜੀ ਮਸਲਾ ਹੈ। ਪਰ ਧਰਮ ਦੇ ਬਿਨਾਂ ਤੇ ਅਸੀਂ ਐਡੇ ਵੱਡੇ ਦੇਸ਼ ਦੇ ਵਿੱਚ ਇੱਕ ਧਰਮ ਦੇ ਬਿਨਾਂ ਤੇ ਅਸੀਂ ਨੈਸ਼ਨਲਿਜ਼ਮ ਕਹਿ ਕੇ ਦੇਸ਼ ਨੂੰ ਤਰੱਕੀ ਦੇ ਵੱਲ ਨਹੀਂ ਲੈ ਕੇ ਜਾ ਸਕਦੇ, ਦੇਸ਼ ਨੂੰ ਪਿੱਛੇ ਗਿਰਾਵਾਂਗੇ। ਇਹ ਸੋਚ ਨੂੰ ਸਾਨੂੰ ਵਧਾਉਣ ਦੀ ਲੋੜ ਹੈ। ਮੈਂ ਹੋਰ ਕੁਝ ਤੁਹਾਡਾ ਸਮਾਂ ਜ਼ਿਆਦਾ ਨਹੀਂ ਲੈਣਾ ਚਾਹਾਂਗਾ। ਮੈਂ ਚਮਨ ਲਾਲ ਜੀ ਦਾ ਫਿਰ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਵੀ ਮੌਕਾ ਦਿੱਤਾ। ਇੱਥੇ ਆਇਆ ਮੈਨੂੰ ਖਾਸ ਤੌਰ 'ਤੇ ਇਹੀ ਗੱਲ 'ਤੇ ਸੀ ਕਿਉਂਕਿ ਮੈਨੂੰ ਆਈਡੀਆ ਹੈ ਇਹਨਾਂ ਦਾ, ਜੋ ਇਹਨਾਂ ਨੇ ਡੇਲੀ ਆਰਕਾਈਵਸ ਦੇ ਵਿੱਚ ਇਹਨਾਂ ਨੂੰ ਸਰਕਾਰ ਨੇ ਉੱਥੇ ਕੰਮ 'ਤੇ ਉੱਥੇ ਲੱਗੇ ਨੇ, ਉੱਥੇ ਬਹੁਤ ਮਿਹਨਤ ਦੇ ਨਾਲ ਉੱਥੇ ਕਰ ਰਹੇ ਨੇ ਸ਼ਹੀਦ ਭਗਤ ਸਿੰਘ ਦੇ ਬਾਰੇ ਸਾਰਾ ਕੁਝ ਇਕੱਠਾ ਕਰਨਾ। ਮੈਨੂੰ ਵੀ ਇਹਨਾਂ ਨੇ ਅੱਛੀਆਂ ਸਲਾਹਾਂ ਦਿੱਤੀਆਂ ਸਨ, ਉਹਨਾਂ ਨੂੰ ਮੈਂ ਕਰ ਨਹੀਂ ਪਾਇਆ ਇੰਪਲੀਮੈਂਟ ਸਾਡੇ ਪਾਰਟੀ ਦੇ ਵਿੱਚ ਵੀ, ਕਿ ਜਿਹੜੀ ਸਾਡੀ ਪਾਰਟੀ ਦੇ ਵਿੱਚ ਜਿਹੜਾ ਹੈ ਕਿ ਉਹਦੇ ਵਿੱਚ ਵੀ ਅਸੀਂ ਲਾਇਬ੍ਰੇਰੀ ਤਾਂ ਬਣਾਉਣ ਲੱਗੇ ਹੋਏ ਹਾਂ, ਹਾਲੇ ਟਾਈਮ ਲੱਗ ਰਿਹਾ ਹੈ ਕਿ ਉਹਦੇ ਵਿੱਚ ਵੀ ਅਸੀਂ ਇੱਕ ਡੈਡੀਕੇਟਿਡ ਸਟੱਡੀ ਸੈਂਟਰ ਅਸੀਂ ਸ਼ਹੀਦ ਭਗਤ ਸਿੰਘ ਦੇ ਲਾਈਫ 'ਤੇ ਬਣਾਈਏ। ਉਹ ਹਾਲੇ ਨਹੀਂ ਹੋ ਪਾਇਆ, ਸਮੇਂ ਲੱਗ ਰਿਹਾ ਕਿ ਮੈਨੂੰ ਆਸ ਹੈ ਕਿ ਕਿਸੇ ਵਕਤ ਉਹ ਹੋਏਗੀ ਅਤੇ ਆਉਣ ਵਾਲੀਆਂ ਜਨਰੇਸ਼ਨਸ ਉਹਨਾਂ ਦੇ ਕੰਮ ਤੋਂ, ਉਹਨਾਂ ਦੇ ਬਾਰੇ ਜਾਣ ਕੇ, ਉਹਨਾਂ ਦੇ ਬਾਰੇ ਜਿਸ ਦਾ ਨਹੀਂ ਪਤਾ ਹੁੰਦਾ ਉਹ ਤੋਂ ਲੈ ਕੇ ਪ੍ਰੋਤਸਾਹਿਤ ਹੋ ਕੇ ਅੱਗੇ ਨੇਸ਼ਨ ਬਿਲਡਿੰਗ ਦੇ ਵਿੱਚ ਸਮੇਂ ਦੇ ਨਾਲ ਜੋ ਚੀਜ਼ ਦਾ ਫਰਕ ਪੈਂਦਾ ਹੈ ਕਿ ਹੁਣ ਅਸੀਂ ਰਾਸ਼ਟਰ ਨਿਰਮਾਣ ਦੇ ਵਾਸਤੇ ਕੀ ਕਰ ਸਕਦੇ ਹਾਂ, ਉਹਦੇ ਵਾਸਤੇ ਪ੍ਰੇਰਨਾ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਤੋਂ ਜ਼ਰੂਰ ਮਿਲਦੀ ਰਹੇਗੀ। ਮੈਂ ਤੁਹਾਨੂੰ ਆਪਣੀਆਂ ਬਹੁਤ ਸ਼ੁਭਕਾਮਨਾਵਾਂ ਅਰਪਿਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਜੈ। ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਮੈਂ ਪਬਲਿਕ ਲਾਇਬ੍ਰੇਰੀ ਰਾਮਪੁਰਾ ਫੂਲ ਦੀ ਪ੍ਰੋਡਕਟ, ਜੇ ਪਬਲਿਕ ਲਾਇਬ੍ਰੇਰੀ ਰਾਮਪੁਰਾ ਫੂਲ ਨਾ ਬਣੀ ਹੁੰਦੀ, ਜਿਹੜੀ ਕਿ 1938 ਜਾਂ 39 ਦੇ ਵਿੱਚ ਫਰੀडम ਸਟਰਗਲ ਦੇ ਦੌਰਾਨ ਬਣੀ ਸੀ। ਫਰੀडम ਸਟਰਗਲ ਦੇ ਦੌਰਾਨ ਪਬਲਿਕ ਲਾਇਬ੍ਰੇਰੀ ਰਾਮਪੁਰਾ ਫੂਲ ਅਤੇ ਪਬਲਿਕ ਲਾਇਬ੍ਰੇਰੀ ਬਠਿੰਡਾ ਇਹ 1938 ਜਾਂ 1939 ਦੇ ਵਿੱਚ ਬਣੀਆਂ ਨੇ। ਬਾਂਸਲ ਜੀ ਤਖਤ ਤੋਂ ਨੇ ਜਿਹੜੇ ਬਿਲਕੁਲ ਨਾਲ ਦੇ ਇਲਾਕੇ ਦੇ ਨੇ, ਅਤੇ ਜੇ ਪਬਲਿਕ ਲਾਇਬ੍ਰੇਰੀ ਨਾ ਹੁੰਦੀ ਤੇ ਮੈਂ ਅੱਜ ਜਿਸ ਪੋਜੀਸ਼ਨ 'ਚ ਉਹ ਨਾ ਹੁੰਦੀ। ਇਸ ਕਰਕੇ ਲਾਇਬ੍ਰੇਰੀ ਦੀ ਸਭ ਤੋਂ ਵੱਧ ਇੰਪੋਰਟੈਂਸ ਹੁਣ ਵੀ ਪਿੰਡਾਂ ਜਿਹੜੇ ਨੌਜਵਾਨ ਨੇ ਉਹ ਕਦੇ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਲਾਇਬ੍ਰੇਰੀ ਬਣਾਉਂਦੇ ਨੇ ਜਾਂ ਅੰਬੇਡਕਰ ਦੇ ਨਾਂ 'ਤੇ ਲਾਇਬ੍ਰੇਰੀ ਬਣਾਉਂਦੇ ਨੇ, ਤਾਂ ਇਸ ਲਾਇਬ੍ਰੇਰੀ ਮੁਹਿੰਮ ਨੂੰ ਬਹੁਤ ਜ਼ਿਆਦਾ ਉਤਸ਼ਾਹ ਦੇਣਾ ਚਾਹੀਦਾ ਹੈ। ਹਰ ਜਗ੍ਹਾ ਲਾਇਬ੍ਰੇਰੀਆਂ, ਹਰ ਮੁਹੱਲੇ ਦੇ ਵਿੱਚ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ, ਹਰ ਕਮਿਊਨਿਟੀ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ, ਹਰ RWO ਕੋਲ ਲਾਇਬ੍ਰੇਰੀਆਂ ਇੱਕ ਹੋਣੀਆਂ ਚਾਹੀਦੀਆਂ। ਗਵਰਨਮੈਂਟ ਨੂੰ ਜਾਂ ਮਿਊਨਿਸਪਲ ਕਾਰਪੋਰੇਸ਼ਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਉਹ ਕਮਿਊਨਿਟੀ ਹਾਲ ਬਣਾਉਂਦੇ ਨੇ ਤਾਂ ਉਸ ਕਮਿਊਨਿਟੀ ਹਾਲ ਦੇ ਵਿੱਚ ਇੱਕ ਕਮਰਾ ਲਾਇਬ੍ਰੇਰੀ ਦਾ ਬਣਾਓ, ਜਿੱਥੇ ਸਭ ਤੋਂ ਵੱਧ ਤੋਂ ਵਧੀਆ ਫਰੀडम ਸਟਰਗਲ 'ਤੇ ਵੀ, ਲਿਟਰੇਚਰ 'ਤੇ ਵੀ, ਹਰ ਚੀਜ਼ 'ਤੇ ਉੱਥੇ ਕਿਤਾਬਾਂ ਹੋਣ, ਬੱਚੇ ਪੜ੍ਹ ਸਕਣ, ਨੌਜਵਾਨ ਪੜ੍ਹ ਸਕਣ, ਬਜ਼ੁਰਗ ਪੜ੍ਹ ਸਕਣ। ਗਿਆਨ ਤੋਂ ਬਿਨਾਂ ਕੋਈ ਹੋਰ ਨਹੀਂ। ਕੋਈ ਬੰਦੇ ਧਰਮ 'ਚ ਮੁਕਤੀ ਦੇਖਦੇ ਨੇ, ਕੋਈ ਬੰਦੇ ਬਹੁਤ ਸਾਰੀਆਂ ਚੀਜ਼ਾਂ ਮੁਕਤੀ ਦੇਖਦੇ ਨੇ, ਲੇਕਿਨ ਗਿਆਨ ਤੋਂ ਬਿਨਾਂ ਕੋਈ, ਨੌਲੇਜ ਤੋਂ ਬਿਨਾਂ ਕੋਈ ਮੁਕਤੀ ਨਹੀਂ। ਧਰਮ ਵਾਸਤੇ ਵੀ ਜੇ ਚਾਹੀਦਾ ਤਾਂ ਗਿਆਨ ਚਾਹੀਦਾ, ਜੇ ਧਰਮ ਨੂੰ ਵੀ ਸਮਝਣਾ ਹੋਵੇ, ਸਾਇੰਸ ਨੂੰ ਵੀ ਸਮਝਣਾ ਹੋਵੇ ਤਾਂ ਗਿਆਨ ਉਹਦੀ ਬੇਸਿਕ ਚੀਜ਼ ਹੈ। ਔਰ ਦੂਸਰੀ ਚੀਜ਼ ਮੈਂ ਜਿਹੜੀ ਗੱਲ ਇੱਥੇ ਕਹਿਣਾ ਚਾਹੂੰਗਾ ਕਿ ਜਿਸ ਤਰ੍ਹਾਂ ਅਸੀਂ ਉਮਰ ਦੇ ਆਖਰੀ ਦੌਰ 'ਤੇ ਮਿਲਦੇ, ਅਸੀਂ ਦੇਸ਼ ਵਾਸਤੇ ਘੱਟੋ ਘੱਟ ਇਹ ਪ੍ਰਸੰਗ ਤੋਂ ਬਾਹਰ ਹੀ ਗੱਲ ਹੈ, ਪਰ ਪਤਾ ਨਹੀਂ ਕਿਉਂ ਮੇਰਾ ਮਨ ਕੀਤਾ ਕਿ ਮੈਂ ਇਸ ਗੱਲ ਨੂੰ ਕਹਾਂ ਕਿ ਬਹੁਤ ਘੱਟ ਲੋਕ ਨੇ ਜਿਹੜੇ ਆਪਣੀ ਬੋਡੀਜ਼ ਹੈ ਜਿਹੜੀ ਉਹ ਦੇਸ਼ ਵਾਸਤੇ ਜਾਂ ਸਮਾਜ ਵਾਸਤੇ ਅਰਪਿਤ ਕਰਦੇ ਹਨ। ਮੈਂ ਸਮਝਦਾ ਕਿ ਸਾਡੇ ਬਹੁਤ ਸਾਰੇ ਲੋਕਾਂ ਨੇ PGI ਨੂੰ ਆਪਣੀ ਬੋਡੀ ਡੋਨੇਟ ਕੀਤੀ ਹੋਈ ਹੈ ਕਿ ਡੈਥ ਤੋਂ ਬਾਅਦ ਉਹਨਾਂ ਦੇ ਔਰਗਨ ਹੈ ਜਿਹੜੇ ਹੋਰ ਲੋਕਾਂ ਦੇ ਕੰਮ ਆ ਸਕਣ, ਕਿਸੇ ਦੀ ਜ਼ਿੰਦਗੀ ਹੋਰ ਸਮਝ ਸਕੇ। ਮੈਂ ਇਸ ਗੱਲ ਦਾ ਗਵਾਹੀ ਕਰਦਾ ਕਿ ਜੇ ਅਸੀਂ ਹੋਰ ਕਿਸੇ ਰੂਪ 'ਚ ਨਾ ਕਰ ਸਕੀਏ ਦੇਸ਼ ਦੀ ਸੇਵਾ ਜਾਂ ਸਮਾਜ ਦੀ ਸੇਵਾ ਜਾਂ ਆਪਣੀ ਕਮਿਊਨਿਟੀ ਦੀ ਸੇਵਾ, ਅਤੇ ਘੱਟੋ ਘੱਟ ਆਪਣੀ ਬੋਡੀ ਪਲੇਜ ਕਰਦੀ ਹੈ ਮੈਡੀਕਲ ਕਾਲਜ ਨੂੰ, ਮੈਡੀਕਲ ਇੰਸਟੀਟਿਊਸ਼ਨ ਨੂੰ, ਤਾਂ ਕਿ ਸਾਡੇ ਜਿਹੜੇ ਔਰਗਨ ਸੀ ਸਾਡੇ ਡੈਥ ਤੋਂ ਬਾਅਦ ਵੀ ਉਹ ਕੰਮ ਆ ਸਕਣ, ਕਿਸੇ ਦੇ ਕੰਮ ਆ ਸਕਣ, ਔਰ ਮੈਡੀਕਲ ਰਿਸਰਚ ਵਾਸਤੇ ਉਹ ਬੜੀ ਕੰਮ ਆ ਸਕੇ। ਮੈਂ ਸਮਝਦਾ ਕਿ ਮੈਂ ਇੰਨੀ ਕੁ ਗੱਲ ਆਪਣੀ ਇੱਕ ਜਾਣ ਪਛਾਣ ਵਾਸਤੇ ਕਹੀ ਹੈ। ਮੈਂ ਹੁਣ ਚਾਹੂੰਗਾ ਕਿ ਜੌਹਰ ਸਾਹਿਬ ਥੋੜ੍ਹਾ ਜਲਦੀ ਚਾਹੁੰਦੇ ਨੇ 5-4 ਮਿੰਟ ਵਾਸਤੇ। ਜੌਹਰ ਸਾਹਿਬ ਦੋ ਤਿੰਨ ਮਿੰਟ
डॉक्यूमेंट सुप्रीम सैक्रीफाइस जी है सारी दुनिया के अंदर रैकगनाइज की जाती है और ये गल बड़ी क्लीयर है कि अगर वो उस ढंग की सुप्रीम सैक्रीफाइस ना करते तो शायद उन्होंने होर भी कई साथी है जोड़े जेलों च रहे काले पानी च रहे पर अज उन्होंने लोग बहुत घट पहचानते हैं। और मैनू हाल तक याद है पंडित किशोरी लाल जी जोड़े कि उस केस के नाल इन्होंने साथी रहे एक बार बैठे सी वो कहने लगे कि देखो अगर भगत सिंह होनी वो सुप्रीम सैक्रीफाइस ना करते तो शायद वो भी उस तरह के पिंड के भगत सिंह भगता को होंगे पर उन्होंने वो सैक्रीफाइस ने ही दुनिया के अंदर एक ऐसी इंस्पिरेशन दी है। बड़े लोगों ने उस तो बहुत कुछ सीखे और अज वर्ल्ड के अंदर वो एक ऐसा महान आदमी है महान शख्सियत है जिसको हर कोई रिकगनाइज करता है। और मैं एक छोटी जी गल कहूँगा कि देखो कि भगत सिंह उन्होंने जी आइडियोलॉजी सी वो मैं समझदा कि कमिटेड सैकुलर सी कमिटेड वो सोशलिस्ट सी और ये गल शायद कई दोस्तों को पता हो ना पता हो जी कि एक बड़ी खास गल कही जाती है कि जो वो जेल के अंदर सन तो उस वेले उन्होंने खास जार की कि मैं भाई रणधीर सिंह जी को मिलना चाहना वो भी उस जेल सन। तो जो उन्हें चिट भेजी भगत सिंह उन्होंने तब उन्होंने ना कर दी कि मैं नहीं मिलना इसने भगत सिंह मैं नहीं मिलना क्यों क्योंकि इसने पतित सिख है इसने देश के कातिल मैं नहीं मिलना चाहता। भगत सिंह उन्होंने उस चिट तो लिख के भेजा कि मैं देश की आज़ादी ले हाले मैं एक अंग कटाया मैं होर भी अंग कटावगा इस करके मेरा कोई इस गल संबंध नहीं है। तो भाई जी ने वही लाइन के मुड़ के लिख के भेजता कि असं मिलेंगे और वो मिले। सो इसका मैं समझना कि उन्होंने जी लाइफ की कमिटमेंट सी सैकुलरिज्म के या उन्होंने कमिटमेंट से देशभक्ति की वो वास्ते कोई रास्ता नहीं सी इस तरह का। दूसरी गल एक होर भी जी मैं समझदा काम सज्जना पता होगा ना पता होगा कि जिस वक्त इतिहास के देखते हैं कि सारे जतन दास जी जो कि उत्थे डैथ हुई जो जेल और उदों सारे लड़ रहे थे कि जोड़े साढ़े कैदी है पोलीटिकल प्रिजनर्स है उन्होंने भी ह्यूमन राइट्स के तौर पर सब कुछ मिलना चाहिए। तो उस वक्त उस सेंट्रल लैजिस्लेचर काउंसिल में जिन लोगों ने उस केस को प्लीड किया उन्होंने मोतीलाल नेहरू सन तो मुहम्मद अली जिन्ना सन। मैं तो ये गल कहना चाहना कि देश की आज़ादी में जो कुछ असी देखते हैं कि अज होर कुछ उतारिया जाता है पर उस वेले इन्होंने दो उस वेले महान जोड़े जूरिस्ट सन इन्होंने उस वेले उस केस से लड़ के ये गल कही कि बिल्कुल उन्होंने जी मंग है बिल्कुल जायज़ है। सो दोस्तों मैं समझदा कि असी अज महसूस करते हैं कि अज जी एफिक्स हर पासे होंगी है जिन्हों साढ़े चमन लाल जी मैं कह सकता कि हिंदुस्तान के अंदर जिन्होंने स्पैशलाइजेशन है जोड़े कि अथॉरिटी है भगत सिंह उत्ते उन्होंने चमन लाल जी भी है जिन्होंने वर्ल्ड के अंदर रैकगनाइज किया जाता है चाहे प्रोफैसर जगमोहन सिंह जी ने और होर भी कुछ आथर्स है पर चमन लाल जी का देन है कि अज दुनिया के अंदर इन्होंने हर जगह डिमांड होंगी है कि तुम आओ। सो मैं समझदा कि बड़ी अच्छी गल है कि इस छोटे जे पार्क के उन्होंने एक ऐसी पहल की है एक ऐसा अच्छा पॉजिटिव डेवलपमेंट की है कि दिन मनाने वास्ते और सानू सारे मौका दिता है। तो मैं इस गल की मुबारकबाद देना और खास तौर पर लाइब्रेरी का कॉन्सेप्ट की गल की है ये भी एक बहुत बड़ी जरूरत है और इस तरह बधाई का पात्र है। बहुत बहुत शुक्रिया। हमने तो यहाँ पे अपने को हम तरसते रहते हैं बूंद बूंद पानी के लिए और हम इस वक्त रोज जब भी पानी हमारे खुला मिलता था कोई बंसल साहब को याद करते हैं इसलिए बंसल साहब वैसे जो इन्होंने आज किया है वो उससे भी बढ़िया है कि हमें भगत सिंह जी के बारे में पता चल गया अभी उनके जन्मदिन के बारे में हम अपनी सोसाइटी में एक फंक्शन बना सकते हैं छोटा सा। अभी तो इन्होंने बहुत शॉर्ट टाइम में हमें बताया अगर ज़्यादा टाइम से बताते हैं तो हम इससे भी अच्छा फंक्शन करते आगे सब इससे भी ज़्यादा अच्छा करेंगे। ये आप सबका बहुत बहुत धन्यवाद। थैंक यू सो मच। खड़ा रहा ना भगत सिंह तो मैनू लगता भी इनू तो लोगों के भी ऐ लगता भी जिमें होर धार्मिक रूपरेखावां तो होर उधर गल्लां करन वालियां तो 24 घंटे इत्थे चलदियां ने भगत सिंह का तो ना ही किते किते चलदा। तो मेरी तो इन्होंने बधाई है भी घट्टो घट्ट तुसीं उस विचारधारा जिहड़ी विचारधारा तुहाडे च उदों तो उभरदी आई है तो जिहड़ी मैं कहना भी अज भी मनुखता के लिए शीशा उही विचारधारा जिहड़ी भगत सिंह दी
ਉਹ ਵਿਚਾਰਧਾਰਾ ਕੀ ਹੈ, ਉਹ ਕਹਿੰਦੀ ਵੀ ਮਨੁੱਖ ਨੂੰ ਕਿਸੇ ਧਰਮ 'ਚ ਵੰਡ ਕੇ ਨਾ ਦੇਖੋ ਵੀ ਇਹ ਹਿੰਦੂ ਹੈ ਤੇ ਇਹ ਸਿੱਖ ਹੈ ਤੇ ਆ ਮੁਸਲਮਾਨ ਹੈ ਈਸਾਈ, ਉਹਦੇ ਔਗਣ ਤੁਹਾਨੂੰ ਹੋਰ ਤਰ੍ਹਾਂ ਦਿਖਾਉਣ ਲੱਗ ਜਾਂਦੇ ਨੇ, ਬੰਦੇ ਨੂੰ ਬੰਦਾ ਹੀ ਨਹੀਂ ਰਹਿਣ ਦਿੰਦੇ। ਪਹਿਲਾ ਕੰਮ ਤੁਸੀਂ ਇਹ ਦੇਖੋ ਵੀ ਇਹ ਮਨੁੱਖ ਹੈ, ਜੇ ਤੁਸੀਂ ਰੱਬ ਨੂੰ ਵੀ ਮੰਨਦੇ ਹੋ ਤਾਂ ਇਨਸਾਨ ਹੈ, ਉਹਦਾ ਬਣਾ ਤੇ ਇਨਸਾਨੀਅਤ ਹੈ ਜਿਹੜੀ ਸਭ ਤੋਂ ਵੱਡਾ ਧਰਮ 'ਚ ਕਹਿਣ ਨੂੰ ਬਹੁਤ ਵਾਰੀ ਕਹਿੰਦੇ, ਪਰ ਅੱਜ ਸਾਰਾ ਮਾਹੌਲ ਹੈ ਜਿਹੜਾ ਸਾਡਾ ਉਹ ਪਲੀਤ ਹੋ ਰਿਹਾ ਇਸ ਕਰਕੇ ਵੀ ਅਸੀਂ ਮਨੁੱਖ ਨੂੰ ਮਨੁੱਖ ਦੇ ਤੌਰ ਤੇ ਦੇਖਣ ਦੀ ਬਜਾਏ ਅਸੀਂ ਉਹਨੂੰ ਹੋਰ ਨਜ਼ਰੀਏ ਨਾਲ ਦੇਖਦਾ ਵੀ ਤਾਂ ਫਲਾਣਾ। ਤੇ ਪਤਾ ਨਹੀਂ ਉਹਨਾਂ ਦੇ ਨੋਸ਼ਨ ਜਿਨ੍ਹਾਂ ਨੇ ਕਦੇ ਵੀ ਕਿਸੇ ਬੰਦੇ ਬਾਰੇ ਕੋਈ ਔਗਣ ਨਹੀਂ ਦੇਖਿਆ, ਸਿਰਫ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਉਹ ਮਨੁੱਖ ਨੂੰ ਮਨੁੱਖ ਮੰਨਣ ਤੋਂ ਇਨਕਾਰੀ। ਮੇਰੀ ਮਤਲਬ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਵੀ ਦੇਖੋ ਇਹਨਾਂ ਨੇ ਉਸ ਮਨੁੱਖ ਨੂੰ ਜਿਹਨੇ ਉਸ ਸਮੇਂ ਦੇ ਵਿੱਚ ਸੈਕੂਲਰਿਜ਼ਮ ਦੀ ਵਕਾਲਤ ਕਰਕੇ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਨੂੰ ਇਸ ਤਰ੍ਹਾਂ ਦਾ ਰੂਪ ਦਿੱਤਾ ਜਿਹੜਾ ਇਹਨਾਂ ਨੇ ਕਿਹਾ। ਇਹ ਗੱਲ ਬਿਲਕੁਲ 16 ਨਹੀਂ ਹੈ ਵੀ, ਕਿਉਂਕਿ ਮਹਾਤਮਾ ਗਾਂਧੀ ਲੰਬਾ ਸਮਾਂ ਉਹਨਾਂ ਨੂੰ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬਹੁਤ ਲੰਬਾ ਸਮਾਂ ਜਿਉਣ ਦਾ ਤੇ ਉਹਦੇ ਮੰਨਣ ਦਾ ਮੌਕਾ ਮਿਲਿਆ, ਪਰ ਜਿਹੜਾ ਕੁਛ ਰੁਤਬਾ ਭਗਤ ਸਿੰਘ ਦਾ ਨਾ, ਉਹ ਅੱਜ ਵੀ ਉਹੀ ਜਵਾਨ ਤੇ ਉਹੀ ਭਗਤ ਸਿੰਘ ਉਹੀ ਸਾਡੇ ਸੀਨਿਆਂ ਦੇ ਵਿੱਚ ਉੱਕਰਿਆ। ਪਰ ਸਮੇਂ ਦੀਆਂ ਸਰਕਾਰਾਂ ਨੇ ਕਹਿ ਲਓ, ਉਹ ਇਹ ਜਿਹੜੇ ਲੀਡਰਾਂ ਨੇ ਕਹਿ ਲਓ, ਉਹਦਾ ਇੱਕ ਜਿਹੜਾ ਪੱਖ ਹੈ ਭਗਤ ਸਿੰਘ ਦਾ ਜਿਹੜਾ ਵਿਚਾਰਧਾਰਕ ਪੱਖ ਹੈ, ਜਿਹਦੇ ਬਾਰੇ ਚਮਨ ਲਾਲ ਜੀ ਨੇ ਬੜੀ ਮਿਹਨਤ ਕੀਤੀ, ਬਰਾੜ ਸਾਹਿਬ ਦਾ ਨਾਮ ਲਿਆ, ਉਹਨਾਂ ਨੇ ਬਹੁਤ ਕੁਝ ਕੀਤਾ ਵੀ ਭਗਤ ਸਿੰਘ ਇੰਟਲੈਕਚੁਅਲ ਦੇ ਪੱਧਰ ਤੇ, ਦੇਸ਼ ਬਾਰੇ ਸੋਚਣ ਦੇ ਪੱਧਰ ਤੇ, ਲੋਕਾਈ ਦੀ ਸੇਵਾ ਦੇ ਲਈ ਜੋ ਕਨਸੈਪਟ ਭਗਤ ਸਿੰਘ ਨੇ ਦਿੱਤਾ ਉਹਨੂੰ ਸਮਾਂ ਬਹੁਤ ਘੱਟ ਮਿਲਿਆ, ਪਰ ਉਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਐਡਾ ਵੱਡਾ ਜਜ਼ਬਾ ਪੈਦਾ ਕੀਤਾ ਨੌਜਵਾਨਾਂ ਦੇ ਵਿੱਚ। ਉਹ ਸ਼ਾਇਦ ਜੇ ਭਗਤ ਸਿੰਘ ਅੱਜ ਵੀ ਜਵਾਨ ਹੀ ਦਿਖਦਾ ਤੇ ਅੱਜ ਵੀ ਉਹੀ ਉਮਰ ਦਾ, ਤੇ ਉਦੋਂ ਵੀ ਪਹਿਲਾਂ ਮੈਂ ਕਹਿਣਾ ਵੀ ਜਿਹਦੀ ਪਰਚੀ ਭਗਤ ਸਿੰਘ ਕਵਿਤਾ ਪਾ ਕੇ ਉਹਦੀ ਜੇਬ 'ਚ ਕਰਤਾਰ ਸਿੰਘ ਸਰਾਭਾ, ਉਹ ਵੀ ਇੱਕ ਛੋਟੀ ਉਮਰ ਦਾ ਨੌਜਵਾਨ ਤੇ ਉਹ ਵੀ ਕੋਈ ਇੰਟਲੈਕਚੁਅਲ ਸੀ ਬਹੁਤ ਵੱਡਾ, ਜਿਹੜਾ ਇੱਥੋਂ ਅਮਰੀਕਾ ਗਿਆ, ਅਮਰੀਕਾ ਦੇ ਵਿੱਚੋਂ ਉਹਨੂੰ ਲੱਗਿਆ ਵੀ ਨਹੀਂ ਦੇਸ਼ ਤਾਂ ਸਾਡਾ ਗੁਲਾਮ ਹੈ, ਉਹਨੂੰ ਉੱਥੋਂ ਪਤਾ ਲੱਗਿਆ ਵੀ ਨਹੀਂ ਅਸੀਂ ਗਲਤ ਥਾਵੇਂ ਬੈਠੇ ਹਾਂ, ਵੀ ਜਿਵੇਂ ਇਹਨਾਂ ਦੀ ਆਜ਼ਾਦੀ ਹੈ ਉਹ ਦੇਸ਼ ਨੂੰ ਆਜ਼ਾਦ ਕਰਾਉਣਾ ਸਾਡਾ ਜ਼ਿੰਮੇਵਾਰੀ ਹੈ। ਉੱਥੋਂ ਆਏ, ਦੁਸ਼ਵਾਰੀਆਂ ਝੱਲੀਆਂ, ਕਿੰਨਾ ਕੁਛ ਕੀਤਾ ਤੇ ਉਮਰ ਕਿੰਨੀ ਸਾਰੀ ਉਹ ਤੁਹਾਡੇ ਸਾਹਮਣੇ ਹੈ ਵੀ ਸਰਾਭਾ। ਤੇ ਇਹਨਾਂ ਦੇ ਨਾਲ ਦਾ ਜਿਹੜਾ ਸਾਰਾ ਕੁਝ ਤੁਸੀਂ ਦੇਖਦੇ ਹੋ, ਇਹਨਾਂ ਨੌਜਵਾਨਾਂ ਦੀ ਉਮਰ ਤੇ ਉਹ ਨੌਜਵਾਨ ਹੀ ਅੱਜ ਸਾਡੇ ਸੀਨਿਆਂ ਦੇ ਵਿੱਚ ਲਾਹੌਰ ਤੋਂ ਹਰ ਰਸਤੇ ਦਾ ਉਦੋਂ ਪਤਾ ਨਹੀਂ ਕਿਵੇਂ ਕਿ ਗੱਡੀਆਂ ਚੜ੍ਹ ਕੇ ਕਿਤੇ ਕਾਨਪੁਰ ਜਾ ਰਹੇ ਨੇ, ਕਿਤੇ ਕਲਕੱਤਾ ਜਾ ਰਹੇ ਨੇ, ਕਿਤੇ ਹੋਰ ਜਾ ਰਹੇ ਨੇ। ਸਾਰੇ ਹਿੰਦੁਸਤਾਨ ਦੇ ਵਿੱਚ ਇੰਨੀ ਉਮਰ ਦੇ ਵਿੱਚ ਅਸੀਂ ਅੱਜ ਵੀ ਸਾਡੇ ਵਰਗੇ ਬੰਦੇ ਆਪਣੇ ਆਪ ਨੂੰ ਇਹ ਸਮਝਦੇ ਨੇ ਵੀ ਓਏ ਮੁੰਡਾ ਤੈਨੂੰ ਕੀ ਪਤਾ, ਤੂੰ ਮੇਰਾ ਬਾਪ ਆ ਕਿ ਮੈਂ ਤੇਰਾ ਬਾਪ ਆ। ਅਸੀਂ ਐਂ ਕਹਿ ਕੇ ਉਹਨਾਂ ਨੂੰ ਬੱਚਿਆਂ ਨੂੰ ਚੁੱਪ ਕਰਾਉਂਦੇ ਹਾਂ। ਤੇ ਪਰ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦਾ ਜੁਮਾ ਚੁੱਕਿਆ, ਤੇ ਉਹ ਜੁਮਾ ਕਾਗਜ਼ੀ ਨਹੀਂ ਚੁੱਕਿਆ। ਇਹਦੇ ਲਈ ਇਸ ਤਰ੍ਹਾਂ ਦੀ ਇੰਸਪੀਰੇਸ਼ਨ ਭਰੀ ਤੇ ਨੌਜਵਾਨ ਇਹ ਲੱਗਦਾ ਸੀ ਉਹਨਾਂ ਨੂੰ ਵੀ ਜੇ ਅਸੀਂ ਆਪਣੇ ਦੇਸ਼ ਲਈ ਨਹੀਂ ਕੁਛ ਕੀਤਾ ਤਾਂ ਫਿਰ ਸਾਡਾ ਜਿਉਣਾ ਵੀ ਕੀ। ਤੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਲਈ ਉਹ ਮਤਲਬ ਅੱਗੇ ਆਉਂਦੇ। ਹੁਣ ਅੱਜ ਉਹ ਵੀ ਲੋਕ ਨੇ ਜਿਹੜੇ ਤੁਸੀਂ ਰੋਜ਼ ਇੱਧਰੋਂ ਉੱਧਰੋਂ ਪੜ੍ਹਦੇ ਹੋ, ਕੋਈ ਇਹ ਵੀ ਕਹਿੰਦੇ ਵੀ ਸ਼ਹੀਦ ਤਾਂ ਭਗਤ ਸਿੰਘ ਦਾ ਸ਼ਹੀਦ ਨਹੀਂ ਹੈਗਾ। ਦੇਖੋ ਉਹਨਾਂ ਦੀ ਵੀ ਸੋਚ ਹੈ, ਕਿਉਂਕਿ ਉਹਨਾਂ ਨੇ ਉਹ ਵਰਗ ਵੰਡ ਕੀਤੀ ਹੋਈ ਹੈ ਵੀ ਸ਼ਹੀਦ ਕੌਣ ਹੁੰਦਾ। ਉਹਦੇ 'ਚ ਕੈਟਾਗਰੀ ਬਣਾਤੀ ਵੀ ਸ਼ਹੀਦ ਤਾਂ ਸਿਰਫ ਉਹ ਹੁੰਦੇ ਨੇ ਜਿਨ੍ਹਾਂ ਨੂੰ ਸਾਡਾ ਧਰਮ ਕਹਿੰਦਾ ਤੇ ਜਿਹਨੂੰ ਅਸੀਂ ਕਹਿੰਦੇ ਹਾਂ। ਪਰ ਉਹ ਇਹ ਸਾਰਾ ਕੁਝ ਭੁੱਲ ਜਾਂਦੇ ਨੇ ਵੀ ਉਹ ਅੰਗਰੇਜ਼ਾਂ ਦੇ ਭਗਤ ਹੋ ਕੇ ਵੀ ਸ਼ਹੀਦ ਨੇ, ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਸਾਰੇ ਟੱਬਰ। ਤੇ ਸ਼ਹੀਦ ਭਗਤ ਸਿੰਘ ਜਿਹਨੂੰ ਦੁਨੀਆ ਜਾਣਦੀ ਹੈ, ਉਹ ਅੱਜ ਵੀ ਉਹਨੂੰ ਉਸ ਗੱਲ ਤੋਂ ਇਨਕਾਰ ਨੇ ਵੀ ਦੇਖੋ ਜੀ ਇੱਕ ਪੁਲਿਸ ਵਾਲਾ ਬੰਦਾ ਨਜਾਇਜ਼ ਮਾਰਤਾ ਤੇ ਉਹ ਗਲਤ ਸੀਗਾ, ਤੇ ਉਹ ਇੱਕ ਸਧਾਰਨ ਪੁਲਿਸ ਵਾਲੇ ਬੰਦੇ ਨੂੰ ਮਾਰਨਾ ਕਿਸੇ ਵੀ ਤਰ੍ਹਾਂ ਉਹ ਅੱਤਵਾਦੀ ਸੀ। ਇਸ ਤਰ੍ਹਾਂ ਦੀਆਂ ਹੁਣੇ ਵਿਚਾਰਧਾਰਾਵਾਂ ਚੱਲਦੀਆਂ ਨੇ। ਪਰ ਜਿਹੜੀ ਚਮਨ ਲਾਲ ਜੀ ਨੇ ਲਾਇਬ੍ਰੇਰੀ, ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਹੁਣ ਦੇਖੋ ਇਹਨਾਂ ਨੇ ਐਡਾ ਕਸ਼ਟ ਕੀਤਾ, ਇੱਕ ਤਾਂ ਗੇੜਾ ਲਾ ਕੇ ਜ਼ਰੂਰ ਦੇਖੋ ਤੇ ਪੜ੍ਹਨ ਦਾ ਮੌਕਾ ਤੁਹਾਨੂੰ। ਭਗਤ ਸਿੰਘ ਇੰਟਲੈਕਟ ਉਹਦੇ 'ਚ ਕੀ ਸੀ ਉਹ ਤੁਹਾਡੇ 'ਚ ਹੋਣੀ ਚਾਹੀਦੀ, ਤੁਸੀਂ ਦੇਖੋ ਜ਼ਰੂਰ।
ਤੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਉਹਦਾ ਪਤਾ ਲੱਗੇ ਵੀ ਭਗਤ ਸਿੰਘ ਨੇ ਕਿੰਨੀਆਂ ਕਿਤਾਬਾਂ ਪੜ੍ਹ ਕੇ ਡਾਇਰੀਆਂ ਕਿੰਨਾ ਕੁਝ ਛਪਿਆ ਹੋਇਆ ਤੇ ਉਹਨੇ ਮਤਲਬ ਉਹਦਾ ਪਤਾ ਲੱਗਦਾ ਵੀ ਉਹ ਕਿਸ ਤਰ੍ਹਾਂ ਘੋਖ ਰਿਹਾ ਸੀ ਸਮਾਜ ਨੂੰ ਇੰਨੀ ਕੁ ਛੋਟੀ ਉਮਰ ਦੇ ਵਿੱਚ। ਮੈਂ ਜ਼ਿਆਦਾ ਸਮਾਂ ਲੈ ਗਿਆ ਪਰ ਖੁੱਲ੍ਹੇ ਦਿਲ ਇਹਨਾਂ ਨੇ ਦੇਈ ਗਈ ਤੇ ਮੈਡਮ ਚੇਅਰਮੈਨ ਸਾਹਿਬ ਸਰਬਜੀਤ ਸਿੰਘ ਜੀ ਬੱਲੀ ਸਾਹਿਬ ਵਾਰੀ ਸਾਹਿਬ ਹੁਣ ਜ਼ਿਕਰ ਕਰਕੇ ਗਏ ਨੇ ਤੇ ਤੁਸੀਂ ਸਾਰੇ ਅਤੁੱਟ ਕੇ ਇੱਥੇ ਬੈਠੇ ਹੋ। ਮੈਂ ਸਮਝਦਾ ਭਗਤ ਸਿੰਘ ਦਾ ਨਾਮ ਸੁਣ ਕੇ ਜਿੰਨੇ ਵੀ ਤੁਸੀਂ ਬੈਠੇ ਹੋ ਤੁਹਾਡਾ ਸਾਰਿਆਂ ਦਾ ਬੋਲਣ ਨੂੰ ਦਿਲ ਕਰਦਾ। ਮੈਂ ਸਮਾਂ ਸੰਕੋਚਣਾ ਇੱਕ ਗੱਲ ਬੜੀ ਸਾਫ਼ ਆ ਜ਼ਿਕਰ ਹੋਣੇ ਕਰਕੇ ਵੀ ਗਏ ਪਟਵਾਰੀ ਸਾਹਿਬ ਨੇ ਜੀ ਉਹਨਾਂ ਨੇ ਵੀ ਕੀਤਾ ਤੇ ਬੱਲੀ ਸਾਹਿਬ ਉਹਨਾਂ ਨੇ ਤਾਂ ਬਹੁਤ ਵੱਡਾ ਆਪਣੀ ਜ਼ਿੰਦਗੀ ਦਾ ਤਜਰਬਾ ਵੀ ਦੱਸਿਆ ਕਿ ਇੱਕ ਇੰਸਪੀਰੇਸ਼ਨ ਤਾਂ ਭਗਤ ਸਿੰਘ ਦੀ ਹੋਣੀ ਹੈ ਹੀ ਸੀ। ਇੱਕ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਚੇਚਕ ਲਾਈ ਮੈਂ ਸਮਝਦਾ ਯੂਥ ਦੇ ਵਿੱਚ ਉਹ ਇਹ ਸੀ ਵੀ ਉਸ ਸਮੇਂ ਸ਼ਾਇਦ ਪੜ੍ਹਾਈ ਦਾ ਏਡਾ ਵੱਡਾ ਦੌਰ ਨਹੀਂ ਸੀ ਪਰ ਉਹਨਾਂ ਨੇ ਕਿਸ ਤਰੀਕੇ ਨਾਲ ਪੜ੍ਹਾਈ ਗ੍ਰਹਿਣ ਕੀਤੀ, ਕਿਸ ਤਰੀਕੇ ਨਾਲ ਲੋਕਾਂ ਨੂੰ ਪੜ੍ਹਨ ਲਈ ਪ੍ਰੇਰਿਆ ਤੇ ਕਿਸ ਤਰੀਕੇ ਨਾਲ ਸਾਹਿਤ ਨੂੰ ਅੱਗੇ ਤੋਰਿਆ। ਉਹ ਇੱਕ ਬਹੁਤ ਵੱਡੀ ਦੇਣ ਸਮਾਜ ਨੂੰ ਦੇ ਕੇ ਗਏ ਕਿ ਇਨਸਾਨੀ ਗੱਲਾਂ ਇਨਸਾਨੀ ਚੀਜ਼ਾਂ ਤਾਂ ਇਸ ਸਮੇਂ ਨਾਲ ਮਿਟ ਜਾਂਦੀਆਂ ਨੇ ਪਰ ਸ਼ਬਦਾਂ 'ਚ ਪਰੋਈਆਂ ਗੱਲਾਂ ਕਦੇ ਮਿਟਿਆ ਨਹੀਂ ਕਰਦੀਆਂ। ਬਹੁਤ ਕੁਛ ਭਗਤ ਸਿੰਘ ਹੋਣਾ ਬਾਰੇ ਕਿਹਾ ਜਾਂਦਾ ਕਿਉਂਕਿ ਉਹਨਾਂ 'ਤੇ ਜਿੰਨਾ ਵੀ ਲਿਖਿਆ ਜਾਵੇ ਜੋ ਹਰੇਕ ਦੇ ਆਪਣੇ ਜਜ਼ਬੇ ਨੇ ਆਪਣੇ ਬਲਬਲੇ ਨੇ ਉਹਨਾਂ ਘੱਟ। ਕਿਸੇ ਨੇ ਕੁਛ ਲਿਖਿਆ ਕਿਸੇ ਨੇ ਕੁਛ ਲਿਖਿਆ ਪਰ ਮੈਂ ਇੱਕ ਗੱਲ ਕਹਿ ਸਕਦਾ ਵੀ ਲੈਫਟ ਦੀ ਧਾਰਾ ਨਾਲ ਤਾਂ ਬੇਸ਼ੱਕ ਉਹਨਾਂ ਨੂੰ ਅੱਜ ਜੋੜ ਕੇ ਆਪਾਂ ਦੇਖ ਲੈਂਦੇ ਹਾਂ ਪਰ ਸਭ ਤੋਂ ਵੱਡਾ ਮੈਂ ਕਹਿ ਸਕਦਾ ਜੀ ਐਜੂਕੇਸ਼ਨਿਸਟ ਦੇ ਤੌਰ ਤੇ ਮੇਰੇ ਮਨ 'ਚ ਉਹਨਾਂ ਦੀ ਇਮੇਜ ਉਹ ਵੱਡੀ ਸੀ। ਉਹਦਾ ਕਾਰਨ ਇਹ ਸੀ ਕਿਉਂਕਿ ਜੇਲ੍ਹ ਦੇ ਵਿੱਚ ਅੱਜ ਵੀ ਤੁਸੀਂ ਮੈਂ ਧੰਨਵਾਦ ਕਰ ਦਿੱਤਾ ਚਾਹੁੰਦਾ ਜਿਹੜੇ ਉਸ ਸਮੇਂ ਦੇ ਚਿੱਤਰਕਾਰ ਸੀ ਕਿਉਂਕਿ ਜ਼ਿਆਦਾ ਜਿਹੜੀਆਂ ਲਿਖਤਾਂ ਨੇ ਉਹ ਸ਼ਬਦਾਂ ਨਾਲੋਂ ਵੀ ਮੈਂ ਸਮਝਦਾ ਚਿੱਤਰਕਾਰੀ 'ਚ ਪਰੋਈਆਂ ਨੇ। ਜਦੋਂ ਵੀ ਉਹਨਾਂ ਦੇ ਹੱਥ ਵਿੱਚ ਦੇਖੀ ਤਾਂ ਕਿਤਾਬ ਜ਼ਰੂਰ ਦੇਖੀ ਤੇ ਉਹ ਕਿਤਾਬ 'ਚ ਸ਼ਬਦਾਂ ਦੇ ਬਾਣ ਐਸੇ ਸੀ ਵੀ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਵੀ ਉਹ ਬਹੁਤ ਵੱਡੇ ਅੱਜ ਕੱਲ੍ਹ ਕਰਦੇ ਆਪਾਂ ਨੂੰ ਕਿਤਾਬਚਾ ਹੁਣੇ ਦਿੱਤਾ ਇਹ 'ਚ ਵੀ ਜੋ ਚੀਜ਼ਾਂ ਲਿਖਾਂਗੇ ਥੋੜ੍ਹੀ ਸ਼ਬਦਾਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕੀਤੀਆਂ। ਐਮਰਜੈਂਸੀ ਦੀ ਗੱਲ ਹੋਈ ਦੇਖੋ ਸਹੀ ਗੱਲ ਆ ਵੀ ਜਜ਼ਬੇ ਤੋਂ ਬਗੈਰ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਸਰਕਾਰਾਂ ਤੋਂ ਖਿਲਾਫ। ਇਹਨਾਂ ਨੇ ਨਿੱਜੀ ਕਿ ਮੈਂ ਸਮਝਦਾ ਜੇ ਪੰਜਾਬ ਦੇ ਇਤਿਹਾਸ ਦੇ ਵਿੱਚ ਐਮਰਜੈਂਸੀ 'ਚ ਸਭ ਤੋਂ ਵੱਡਾ ਕਾਲਾ ਦੌਰ ਤਾਂ ਜਿਨ੍ਹਾਂ ਨੇ ਦੇਖਿਆ ਉਹ ਤਾਂ ਹੈ ਹੀ ਹੈ। ਸਾਡੇ ਪਰਿਵਾਰ ਤੇ ਵੀ ਬਹੁਤ ਵੱਡਾ ਹੈ। ਸਮਾਂ ਘੱਟ ਸੀ ਮੇਰੇ ਖਿਆਲ ਬੱਲੀ ਅੰਕਲ ਹੋਣੀ ਪੂਰੀ ਗੱਲ ਨਹੀਂ ਕਰੇ ਪਰ ਮੈਂ ਤੁਹਾਨੂੰ ਮਿੱਸਾ ਦੀ ਗੱਲ ਸੁਣਾਉਣਾ ਕਿ ਮੇਰੇ ਪਿਤਾ ਜੀ ਨੂੰ ਸਟੂਡੈਂਟ ਲੀਡਰ ਸੀ 12 ਦਿਨ ਪਹਿਲਾਂ ਤਾਂ ਥਾਣੇ 'ਚ ਹੀ ਰੱਖਿਆ ਇੱਕੇ ਚੀਜ਼ ਲਈ ਇੰਟੈਰੋਗੇਟ ਕਰਦੇ ਰਹੇ ਕਹਿੰਦੇ ਤੁਸੀਂ ਇਹ ਲਿਖ ਕੇ ਦਿਓ ਵੀ ਅਸੀਂ ਐਮਰਜੈਂਸੀ ਦੀ ਹਮਾਇਤ ਕਰਦੇ। ਪਰ ਉਹ ਭਗਤ ਸਿੰਘ ਦਾ ਹੀ ਜਜ਼ਬਾ ਸੀ ਵੀ ਸਰਕਾਰ ਦਾ ਪੂਰਾ ਜ਼ੋਰ ਲੱਗ ਗਿਆ ਵੀ ਇੱਕ ਵਿਦਿਆਰਥੀ ਤੋਂ ਉਦੋਂ ਤਾਂ ਆਗੂ ਵੀ ਨਹੀਂ ਸੀ ਇੱਕ ਵਿਦਿਆਰਥੀ ਉਹ ਸੀ ਵਿਦਿਆਰਥੀ ਤੋਂ ਇਹ ਲਿਖਾਣ 'ਚੋਂ ਕਾਮਯਾਬ ਨਹੀਂ ਹੋ ਸਕੇ ਵੀ ਅਸੀਂ ਐਮਰਜੈਂਸੀ ਦੀ ਸਪੋਰਟ ਕਰਦੇ। ਤੇ ਉਹ ਤੋਂ ਬਾਅਦ ਮੈਂ ਸਮਝਦਾ ਉਹੀ ਧਾਰਾ ਸੀ। ਅੱਜ ਬਹੁਤ ਐਸੀਆਂ ਚੀਜ਼ਾਂ ਨੇ ਜੇ ਮੈਂ ਫਿਰ ਸਮੇਂ ਦੀ ਗੱਲ ਕਰਾਂ ਅੱਜ ਐਸੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਉਦਾਹਰਨ ਮਾਤਰ ਇਹ ਆਉਣ ਵਾਲੇ ਸਮਾਜ ਲਈ ਬਹੁਤ ਵੱਡੀ ਪ੍ਰੇਰਨਾ। ਸਹੀ ਗੱਲ ਕਹਿ ਰਹੇ ਸੀ ਵੀ ਭਗਤ ਸਿੰਘ ਹੋਣਾ ਦਾ ਜ਼ਿਕਰ ਕੋਈ ਜ਼ਿਆਦਾ ਲੋਕ ਨਹੀਂ ਕਰਦੇ ਕਿਉਂਕਿ ਸਮਾਂ ਉਹਨਾਂ ਨੂੰ ਬਹੁਤ ਥੋੜ੍ਹਾ ਮਿਲਿਆ। ਇਸ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਕੋਈ ਰਿਹਾ ਉਹਦਾ ਲੰਬਾ ਸਮਾਂ ਨਾਮ ਰਹਿੰਦਾ, ਇਸ ਦੇਸ਼ ਸੂਬੇ ਦੀ ਵਿਧਾਨ ਸਭਾ 'ਚ ਰਿਹਾ ਉਹਦਾ ਲੰਬਾ ਸਮਾਂ ਨਾ ਰਹਿੰਦਾ ਪਰ ਜੇਲ੍ਹ 'ਚ ਰਹਿ ਕੇ ਜੇ ਕਿਸੇ ਨੇ ਅਜੇ ਤੱਕ ਨਾਮ ਬਣਾਇਆ ਤਾਂ ਮੈਂ ਸਮਝਦਾ ਭਗਤ ਸਿੰਘ ਉਹਨਾਂ ਦੇ ਵਿੱਚੋਂ ਇੱਕ ਸੀ। ਭਾਈ ਰਣਧੀਰ ਸਿੰਘ ਜੀ ਉਹਨਾਂ ਦਾ ਜਿਵੇਂ ਜ਼ਿਕਰ ਕਰਕੇ ਗਏ ਪੈਸਾ ਪਹਿਲਾਂ ਬਹੁਤ ਵੱਡੀ ਗੱਲ ਸੀ ਉਹ ਕਿਉਂਕਿ ਇੱਕ ਸਮਾਜ ਨੂੰ ਇੱਕ ਧਾਰਮਿਕ ਤੌਰ ਤੇ ਇੱਕ ਸਮਾਜਿਕ ਤੌਰ ਤੇ ਇਕੱਠਿਆਂ ਕਰਕੇ ਆਪਣੇ ਪੰਜਾਬ ਦੀ ਵਿਰਾਸਤ ਨੂੰ ਅੱਗੇ ਤੋਰਨਾ ਇਹ ਕਿਸੇ ਦੇ ਹਿੱਸੇ ਆਉਂਦਾ ਤਾਂ ਭਗਤ ਸਿੰਘ ਉਹਨਾਂ ਦੇ ਹਿੱਸੇ ਆ ਤੇ ਸਾਨੂੰ ਤਾਂ ਇਹ ਵੱਡਾ ਮਾਣ ਆ ਸਾਡੇ ਪਰਿਵਾਰ ਨੂੰ ਤਾਂ ਕਿਉਂਕਿ ਮੈਂਬਰ ਪਾਰਲੀਮੈਂਟ ਦੇ ਬਣੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਣੇ ਇੱਥੇ ਉਹਨਾਂ ਦਾ ਜੱਦੀ ਪਿੰਡ ਵੀ ਇੱਥੇ ਆ ਯਾਦਗਾਰ ਆ ਪਰ ਇਹ ਵੀ ਸੱਚ ਆ ਵੀ ਕਿਤੇ ਨਾ ਕਿਤੇ ਸਾਡੇ ਕੋਲੋਂ ਵੀ ਸਾਰੀਆਂ ਜਾਂਦੀਆਂ ਨੇ ਜਦੋਂ ਅੱਜ ਮੇਲੇ ਲੱਗਦੇ ਨੇ ਜ਼ਿਆਦਾ ਉਹਨਾਂ ਨੂੰ ਯਾਦ ਕਰਦੇ ਆ ਇਹ ਗੱਲਾਂ ਚਰਚਾ ਹੁੰਦੀਆਂ ਨੇ। ਲਾਇਬ੍ਰੇਰੀਆਂ 'ਚ ਬਹੁਤ ਵੱਡਾ ਐਸਾ ਹਿੱਸਾ ਜਿਹਨਾਂ ਪੜ੍ਹ ਕੇ ਆਪਾਂ ਉਤਸ਼ਾਹਿਤ ਕਰਦੇ ਹਾਂ। ਮੈਂ ਤਾਂ ਅੰਕਲ ਨੂੰ ਸਭ ਤੋਂ ਵੱਡੀ ਇਸ ਚੀਜ਼ ਦੀ ਮੈਂ ਪ੍ਰਸ਼ੰਸਾ ਕਰਦਾ ਕਿਉਂਕਿ ਵਧਾਈ ਤਾਂ ਹੋਵੇ ਜੇ ਇਹ ਇੱਕੇ ਚੀਜ਼ ਕਰਕੇ ਹਟ ਜਾਣ। ਇਹ ਤਾਂ ਭਾਵੇਂ ਦਿੱਲੀ 'ਚ ਚਲੇ ਜਾਓ ਭਾਵੇਂ ਇੱਥੇ ਚਲੇ ਜਾਓ ਭਾਵੇਂ ਹੁਣ ਘਰ 'ਚ ਲਾਇਬ੍ਰੇਰੀ ਚਲੇ ਜਾਓ ਇੱਕੇ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਜੋ ਮਿਸ਼ਨ ਯਕੀਨ ਮੰਨਿਓ ਕਿ ਜਿਹੜੇ ਨੌਜਵਾਨ ਨੇ ਉਹਨਾਂ ਲਈ ਮੁਹੱਲਾ ਪ੍ਰੇਰਨਾ ਸਰੋਤ ਆ। ਮੈਂ ਕਹਿੰਦਾ ਤੁਸੀਂ ਜ਼ਿੰਦਗੀ ਦੇ ਆਖਰੀ ਦੌਰ 'ਚ ਨਹੀਂ ਹੈਗੇ ਤੁਸੀਂ ਤਾਂ ਹਾਲੇ ਜਵਾਨੀ ਦੇ ਦੌਰ 'ਚ ਕਿਉਂਕਿ ਜਦੋਂ ਵਿਚਾਰ ਜਵਾਨ ਹੁੰਦੇ ਨੇ ਤਾਂ ਉਦੋਂ ਕਦੇ ਬੰਦਾ ਬੁਢਾਪਾ ਨਹੀਂ ਹੁੰਦਾ। ਤਾਂ ਹੀ ਅੱਜ ਇੰਨੇ ਸਾਲਾਂ ਬਾਅਦ ਵੀ ਦੇਸ਼ ਦੀ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਆਪਾਂ ਯਾਦ ਕਰਦੇ ਹਾਂ
मैं एक किस्सा थोड़ा साझा करके अपना स्थान लूँगा, क्योंकि मानयोग बांसल साहब उन्होंने भी इस देश की पार्लीमेंट का मंत्री के तौर पर भी एक मैंबर के तौर पर भी इन्होंने मौका मिला। शायद बड़े घट जान से मैनू भी नहीं सी ज्ञान, चाहे थोनू भी नहीं सी होवे। असैंबली विच जिहड़ा बंब सिटिया वो जिहड़ियां चेयरां ने अज भी पार्लीमेंट के विच रिजर्व कराउण दा मुद्दा मेरे पिता जी प्रोफैसर चंदूमारा साहब ने उस समय चुक्या, पर फिर भी एक वड्डी शक्ति जिहड़ी है वो कलम दी आ। ये चीज़ां कराउण च भी अज कलम बहुत वड्डा सही हो सकता, क्योंकि जर्नलिज्म नाल तुसीं जुड़े होए हो ते ये चीज़ां जे होण उत्थे आउण वाले समय दे विच, क्योंकि चलो हुण तां बिल्डिंग बदल गई, हो नवीं बिल्डिंग शिफ्ट हो गई, पर फिर भी जो चेयरां नूं रिजर्व कराउण दी जिवें मद सी, इन्हां दे पिंड च कोई ऐसी होर चीज़ नूं विकसित करनी जे कोई गल सी, जे थोड़ियां कलमां राਹੀਂ ने, क्योंकि तुसीं समाज नूं सेध देण वाले हो, तुसीं समाज नूं कुछ देण वाले हो, देण वाले नहीं बल्कि, तां मैनूं इह लगदा भी आउण वाली जनरेशन लई उन्हों का सुनेहा हमेशा उस तरीके नाल रहेगा। तो मैं प्रशंसा भी करदा, क्योंकि मेरे मित्र केडी सचदेवा साहब बैठे, इन्हों का परिवार भी सारा जुड़िया होया। बली साहब की एक चीज़ की मैं प्रशंसा निजी तौर पर करदा, ये नहीं भी मेरे पिता जी के मित्र सीगे, पर मैं इन्हां दी कलम भी शक्ति देखी हमेशा। सरकारां बहुत कुछ वो करदियां ने, अज तक टोटली मैं समझदा पेड़ी हो गया जिहड़ा कुछ होया, पर मैं एक इन्हां दे इंसान की जरूर गल करना चाहूँगा, क्योंकि चाहे चेचक भगत सिंह होना दी लगी, चाहे एमरजेंसी के डंडे लगे, एक ऐसा दौर सी सरकारां जो मर्जी लिखवाउणा चाहण पत्रकार तो लिखवाउंदियां सी, पर ये पत्रकार ऐसे सी जिन्हां दी कलम अज तक कदे डोली। सरकार ने जिन्ना मर्जी प्रैशर करना चाहे, सच नूं सच लिख के हमेशा अगे लिआंदा ते उस सच ने हमेशा समाज का आने वाले जी जनरेशन आ ਉਹਦਾ ਭਲਾ ਕਰਨ ਦਾ ਯਤਨ ਕੀਤਾ। सो बहुत बड़ी देन आ कि ऐसे समाज के अज भी लोग बैठे हैं। सो मैं फिर थोड़ा सारिਆਂ ਦਾ ਧੰਨਵਾਦ करदा, खास तौर पर अपने बजुर्ग प्रोफैसर चमन जी का, जिन्होंने अज आप साਰਿਆਂ ਨੂੰ इकट्ठा किया, इस समय के रंग बनिया। फिर थोड़ा सारिਆਂ ਦਾ ਧੰਨਵਾਦ।